ਪੰਜਾਬ ਅੰਦਰ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕੇਂਦਰੀ ਆਰਡੀਨੈਂਸਾਂ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਹੁਣ ਪੰਜਾਬ ਅੰਦਰ ਕਿਸਾਨ ਜਥੇਬੰਦੀਆਂ ਨੇ ਜੇਲ੍ਹ ਭਰੋ ਅੰਦੋਲਨ ਦਾ ਆਗਾਜ਼ ਕਰ ਦਿੱਤਾ ਹੈ ਤੇ ਵੱਡੇ ਪੱਧਰ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਵੇਖਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ। कोई किसान भरा उत्थे बैठे होंगे, उत्थे उन्होंने भी समझाना कि किसानों इनू समझो, इकट्ठे हो जो, जे लागू हो गया असीं तबाह हो जाएंगे। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ 3 ਨਵੇਂ ਆਰਡੀਨੈਂਸਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਜੂਨ ਮਹੀਨੇ 'ਚ ਜਿਸ ਦਿਨ ਤੋਂ ਕੇਂਦਰ ਦੀ ਮੋਦੀ ਸਰਕਾਰ 3 ਨਵੇਂ ਆਰਡੀਨੈਂਸ ਕਿਸਾਨ ਹਿਤੈਸ਼ੀ ਦੱਸਦਿਆਂ ਲੈ ਕੇ ਆਈ ਹੈ, ਉਸ ਦਿਨ ਤੋਂ ਹੀ ਨਾ ਸਿਰਫ ਵਿਰੋਧੀ ਧਿਰਾਂ ਬਲਕਿ ਕਿਸਾਨ ਵੀ ਸੜਕਾਂ ਤੇ ਉਤਰ ਪ੍ਰਦਰਸ਼ਨ ਕਰ ਰਹੇ ਹਨ। ਪਰ ਇਹ ਪ੍ਰਦਰਸ਼ਨ ਕਿਉਂ ਹੋ ਰਹੇ ਹਨ ਅਤੇ ਕੀ ਹਨ ਇਹ ਆਰਡੀਨੈਂਸ, ਆਓ ਜਾਣਦੇ ਹਾਂ। ਦਰਅਸਲ ਕੇਂਦਰ ਸਰਕਾਰ ਵੱਲੋਂ ਅਸੈਂਸ਼ੀਅਲ ਕਮੋਡਿਟੀਜ਼ ਆਰਡੀਨੈਂਸ ਦਾ ਫਾਰਮਿੰਗ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਆਰਡੀਨੈਂਸ ਅਤੇ ਦਾ ਫਾਰਮਰਸ ਐਗਰੀਮੈਂਟ ਨਾਲ ਪ੍ਰਾਈਸ ਇੰਸ਼ੋਰੈਂਸ ਅਤੇ ਫਾਰਮ ਸਰਵਿਸਿਜ਼ ਆਰਡੀਨੈਂਸ ਨਾਂ ਦੇ 3 ਆਰਡੀਨੈਂਸ ਲਿਆਂਦੇ ਗਏ ਹਨ। ਇਹ ਕਾਨੂੰਨ ਆ ਤਾਂ ਭਾਵੇਂ ਪਹਿਲਾਂ ਹੀ ਗਏ ਸਨ, ਪਰ ਹੁਣ ਇਹਨਾਂ 'ਚ ਸੋਧ ਕੀਤੀ ਗਈ ਹੈ। ਪਹਿਲਾਂ ਗੱਲ ਕਰਾਂਗੇ ਅਸੈਂਸ਼ੀਅਲ ਕਮੋਡਿਟੀਜ਼ ਆਰਡੀਨੈਂਸ ਯਾਨੀ ਕਿ ਜ਼ਰੂਰੀ ਕਮੋਡਿਟੀਜ਼ ਐਕਟ। ਇਹ ਕਾਨੂੰਨ ਬਹੁਤ ਪਹਿਲਾਂ ਤੋਂ ਲਾਗੂ ਹੈ। ਇਸ ਕਾਨੂੰਨ ਤਹਿਤ ਜਿਸ ਤਰ੍ਹਾਂ ਪਹਿਲਾਂ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਕੋਈ ਵਿਅਕਤੀ ਅਨਾਜ, ਫਲ, ਸਬਜ਼ੀਆਂ ਸਟੋਰ ਨਹੀਂ ਕਰ ਸਕਦਾ ਸੀ, ਉਸ ਰੋਕ ਨੂੰ ਹਟਾ ਦਿੱਤਾ ਗਿਆ ਅਤੇ ਹੁਣ ਕਿਸਾਨ ਅਤੇ ਹਰ ਕੋਈ ਆਪਣੀ ਮਰਜ਼ੀ ਨਾਲ ਭੰਡਾਰਨ ਕਰ ਸਕਦਾ ਹੈ। ਪਰ ਇੱਥੇ ਦੱਸਣਾ ਬਣਦਾ ਹੈ ਕਿ ਇਸ ਨਾਲ ਕਾਲਾ ਬਾਜ਼ਾਰੀ ਵੱਧ ਸਕਦੀ ਹੈ, ਕਿਉਂਕਿ ਜੇਕਰ ਕੋਈ ਵੱਡੇ ਪੱਧਰ ਤੇ ਅਨਾਜ ਦਾ ਭੰਡਾਰਨ ਕਰੇਗਾ ਤਾਂ ਕਿੱਲਤ ਜਾਂ ਔਖੇ ਸਮੇਂ 'ਚ ਉਹ ਮਨਮਰਜ਼ੀ ਦੇ ਪੈਸੇ ਦੀ ਚੀਜ਼ ਵੇਚ ਕੇ ਪੈਸੇ ਵਟੋਰ ਸਕਦਾ ਹੈ, ਜਿਸ ਕਾਰਨ ਇਸ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ। इसेंशियल कमोडिटीज एक्ट, अत्यावश्यक वस्तु कानून, उसमें किसान हितैषी सुधार किए गए हैं। अनाज, तेल, तिलहन, दाल, प्याज, आलू ऐसी वस्तुएं इसेंशियल कमोडिटीज एक्ट से बाहर कर दिए गए हैं। अब किसान को तय प्लान के अनुसार वो निर्यात कर सकता है, भंडारण कर सकता है, ये सब सहूलतें उसको मिलेगी। ਹੁਣ ਜੇਕਰ ਗੱਲ ਫਾਰਮਿੰਗ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਆਰਡੀਨੈਂਸ ਦੀ ਗੱਲ ਕਰੀਏ ਤਾਂ ਇਸ ਨੂੰ ਵੀ ਖਤਮ ਕਰ ਦਿੱਤਾ ਗਿਆ ਅਤੇ ਕਿਸਾਨ ਨੂੰ ਇਹ ਸਹੂਲਤ ਦੇ ਦਿੱਤੀ ਗਈ ਹੈ ਕਿ ਉਹ ਦੇਸ਼ 'ਚ ਕਿਤੇ ਵੀ ਆਪਣੀ ਫਸਲ ਵੇਚ ਸਕਦਾ ਹੈ। ਹੁਣ ਜੇ ਇਹ ਵੇਖੀਏ ਕਿ ਇਸ ਦਾ ਵਿਰੋਧ ਕਿਉਂ ਹੋ ਰਿਹਾ ਹੈ ਤਾਂ ਇਸ ਦਾ ਕਾਰਨ ਇਹ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਕਿ ਕਿਸਾਨ ਦੂਰ ਜਾ ਕੇ ਜਾਂ ਫਿਰ ਬਾਹਰੀ ਰਾਜਾਂ 'ਚ ਜਾ ਕੇ ਆਪਣੀ ਫਸਲ ਵੇਚਦਾ ਹੈ ਤਾਂ ਜੋ ਕੁਝ ਪੈਸਾ ਮਾਰਕੀਟ ਕਮੇਟੀਆਂ ਨੂੰ ਮਿਲਦਾ ਹੈ ਅਤੇ ਜਿਸ ਨਾਲ ਪੇਂਡੂ ਪੱਧਰ ਤੇ ਲਿੰਕ ਰੋਡ ਬਣਾਏ ਜਾਂਦੇ ਹਨ, ਉਹ ਖਤਮ ਹੋ ਜਾਵੇਗਾ, ਜਿਸ ਕਾਰਨ ਲੋਕ ਇਸ ਦਾ ਵਿਰੋਧ ਕਰ ਰਹੇ ਹਨ। एग्रीकल्चर प्रोड्यूसर मार्केट कमेटी के बंधन से किसान मुक्त हुआ है। किसान कहीं भी उत्पादन बेच सकेगा, ज्यादा दाम देने वाले को बेचने की आजादी मिली है किसान को, और एक वन नेशन वन मार्केट की दिशा में हम आगे बढ़ रहे। ਤੀਸਰਾ ਕਾਨੂੰਨ ਹੈ ਦਾ ਫਾਰਮਰਸ ਐਗਰੀਮੈਂਟ ਔਨ ਪ੍ਰਾਈਸ ਇੰਸ਼ੋਰੈਂਸ ਅਤੇ ਫਾਰਮ ਸਰਵਿਸ ਆਰਡੀਨੈਂਸ। ਇਸ ਕਾਨੂੰਨ ਤਹਿਤ ਵਿਕਰੇਤਾ ਆਪਣੀ ਮਨਮਰਜ਼ੀ ਦੇ ਭਾਅ ਤੇ ਕਿਸੇ ਨੂੰ ਵੀ ਫਸਲ ਵੇਚ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਆੜਤੀਆ ਭਾਈਚਾਰਾ ਖਤਮ ਹੋ ਜਾਵੇਗਾ। ਅੱਜ ਜੋ ਕਿਸਾਨ ਭਾਈਚਾਰਾ ਆੜਤੀਆਂ ਤੇ ਨਿਰਭਰ ਕਰਦਾ ਹੈ ਅਤੇ ਦੁੱਖ ਸੁੱਖ 'ਚ ਉਸ ਕੋਲ ਪੈਸੇ ਲੈਂਦਾ ਹੈ, ਇਹ ਖਤਮ ਹੋ ਜਾਵੇਗਾ, ਕਿਉਂਕਿ ਜੇਕਰ ਕੋਈ ਵਿਅਕਤੀ ਹਰ ਵਾਰ ਕਿਸੇ ਨੂੰ ਵੀ ਫਸਲ ਵੇਚੇਗਾ ਤਾਂ ਇਸ ਦਾ ਨਤੀਜਾ ਇਹ ਹੋਵੇਗਾ ਕਿ ਉਹ ਜੇਕਰ ਕੋਈ ਵਿਪਤਾ ਆ ਜਾਂਦੀ ਹੈ ਤਾਂ ਆੜਤੀ ਤੋਂ ਪੈਸਾ नहीं ਲੈ ਸਕੇਗਾ। निर्णय हुआ ज्यादा कीमतों के गारंटी पर कृषि उपज समझौते से बेचने की किसान को अनुमति मिली है। यानी कोई निर्यातक है, कोई प्रोसेसर है, कोई दूसरे पदार्थों का उत्पादक है, तो उसको कृषि उपज दोनों के आपसी समझौता जो होगा
उसके तहत बेचने की सुविधा आज मिली है, जिससे सप्लाई चेन खड़ी होगी। भारत में पहली दफा ऐसा कदम उठाया गया है। ਖੈਰ ਇਹ ਤਾਂ ਸਨ ਆਰਡੀਨੈਂਸ ਅਤੇ ਇਹਨਾਂ ਦੇ ਵਿਰੋਧ ਹੋਣ ਦਾ ਕਾਰਨ, ਪਰ ਅੱਜ ਸਿਆਸਤ 'ਚ ਜੋ ਇੱਕ ਹੋਰ ਖਦਸ਼ਾ ਮੰਡਰਾਇਆ ਹੋਇਆ ਹੈ ਉਹ ਹੈ MSP ਦਾ। ਇੱਥੇ ਜੇਕਰ ਪੰਜਾਬ ਦੇ ਸਿਆਸਤਦਾਨਾਂ ਦੀ ਗੱਲ ਮੰਨੀਏ ਤਾਂ ਸਾਰੇ MSP ਖਤਮ ਹੋਣ ਦੀ ਗੱਲ ਕਹਿ ਰਹੇ ਹਨ, ਪਰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ MSP ਨਾ ਖਤਮ ਹੋਣ ਦੀ ਗੱਲ ਕਹੀ ਜਾ ਰਹੀ ਹੈ। ਬੈਂਸ ਦਾ ਕਹਿਣਾ ਹੈ ਕਿ MSP ਬਰਕਰਾਰ ਰਹੇਗੀ ਪਰ ਮਿਲੇਗੀ ਨਹੀਂ। ਇਸੇ ਤਰ੍ਹਾਂ ਹੀ ਜੇਕਰ ਗੱਲ ਮੱਕੀ ਦੀ ਕਰੀਏ ਤਾਂ ਭਾਵੇਂ ਅੱਜ ਮੱਕੀ ਤੇ MSP ਬਰਕਰਾਰ ਹੈ, ਪਰ ਮੰਡੀਆਂ ਦੇ ਵਿੱਚ ਇਹ ਮਿਨੀਮਮ ਸੇਲ ਪ੍ਰਾਈਸ ਤੋਂ ਬਹੁਤ ਘੱਟ ਰੇਟ ਤੇ ਵਿਕ ਰਹੀ ਹੈ ਅਤੇ ਇਸ ਦੀਆਂ ਖਬਰਾਂ ਵੀ ਸਾਹਮਣੇ ਆ ਚੁੱਕੀਆਂ ਹਨ, ਜਿਸ ਕਾਰਨ ਇਹਨਾਂ ਆਰਡੀਨੈਂਸਾਂ ਦਾ ਵਿਰੋਧ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਵੀ ਜੇਲ੍ਹਾਂ ਪਰ ਅੰਦੋਲਨ ਆਰੰਭ ਕਰ ਦਿੱਤਾ ਹੈ। ਪਹਿਲਾਂ ਜਿੱਥੇ ਕਿਸਾਨਾਂ ਵੱਲੋਂ ਟਰੈਕਟਰਾਂ ਰਾਹੀਂ ਪ੍ਰਦਰਸ਼ਨ ਕੀਤਾ ਗਿਆ, ਉੱਥੇ ਹੀ ਹੁਣ ਕਿਸਾਨ ਜਥੇਬੰਦੀਆਂ ਵੱਡੇ ਪੱਧਰ ਤੇ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਮੌਕੇ ਬੋਲਦਿਆਂ ਕਿਸਾਨ ਜਥੇਬੰਦੀਆਂ ਨੇ ਖੂਬ ਸਿਆਸੀ ਵਾਰ ਕੀਤੇ। ਇਸ ਮੌਕੇ ਬੋਲਦਿਆਂ ਕਿਸਾਨ ਯੂਨੀਅਨ ਮੁਕਤਸਰ ਸਾਹਿਬ ਦੇ ਸਕੱਤਰ ਨਿਰਮਲ ਸਿੰਘ ਨੇ ਕਿਹਾ ਕਿ ਜੇਕਰ ਕਿਸਾਨਾਂ ਵੱਲੋਂ ਆਰਡੀਨੈਂਸ ਵਾਪਸ ਨਹੀਂ ਲਏ ਜਾਂਦੇ ਤਾਂ ਕਿਸਾਨਾਂ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਜਾਵੇਗਾ ਤੇ ਜਾਂ ਫਿਰ ਸੜਕ ਤੇ ਬਿਠਾ ਕੇ ਗੋਲੀ ਮਾਰ ਦਿੱਤੀ ਜਾਵੇ। ਅਸੀਂ ਜੇਲ੍ਹ ਭਰੋ ਅੰਦੋਲਨ ਵਾਸਤੇ ਪ੍ਰਚਾਰ ਕੀਤਾ ਤੇ ਜੇਲ੍ਹ ਭਰੋ ਅੰਦੋਲਨ ਵਾਸਤੇ ਹੀ ਆਏ ਹਾਂ। ਇਹ ਜਿਹੜਾ ਆਰਡੀਨੈਂਸ ਸਰਕਾਰ ਕੇਂਦਰ ਸਰਕਾਰ ਲੈ ਕੇ ਕਿਸਾਨਾਂ ਵਾਸਤੇ ਬੜਾ ਮੰਦਭਾਗਾ। ਇਸ ਦੇ ਰੋਸ ਵਜੋਂ ਅੱਜ ਅਸੀਂ ਜੇਲ੍ਹ ਭਰੋ ਅੰਦੋਲਨ ਜਿਹੜਾ ਸ਼ੁਰੂ ਕੀਤਾ। ਜਿੰਨੇ ਵੀ ਕਿਸਾਨ ਆਏ ਸਾਰੇ ਜੇਲ੍ਹ ਜਾਣ ਦੀ ਤਿਆਰੀ 'ਚ ਆ। ਜਾਂ ਤਾਂ ਸਰਕਾਰ ਆਰਡੀਨੈਂਸ ਵਾਪਸ ਲਵੇ ਤੇ ਜਾਂ ਫਿਰ ਕਿਸਾਨਾਂ ਨੂੰ ਗ੍ਰਿਫਤਾਰ ਕਰੇ। ਉਹ ਤਾਂ ਇੱਕ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਜਦੋਂ ਕਿ ਵੋਟਿੰਗ ਦੀ ਲੋੜ ਉੱਥੇ ਹੁੰਦੀ ਹੈ, ਜਿੰਨੇ ਵੀ ਸਾਡੇ ਸੰਸਦ ਦੇ ਵਿੱਚ ਮੈਂਬਰ ਨੇ ਉਹ ਜਾ ਕੇ ਵੋਟ ਉਹਨਾਂ ਦੇ ਪੱਖ ਵਿੱਚ ਪਾਉਂਦੇ ਨੇ, ਪਰ ਅਸੀਂ ਇਹਨਾਂ ਤੋਂ ਕੀ ਆਸ ਰੱਖਦੇ ਹਾਂ ਵੀ ਕਿ ਕਿਸਾਨਾਂ ਵਾਸਤੇ ਕਰਨਗੇ। ਪੰਜਾਬ ਸਰਕਾਰ ਨੇ ਪਹਿਲਾਂ ਵੀ ਕਿਸਾਨਾਂ ਨਾਲ ਕਿੰਨੇ ਵਾਅਦੇ ਕੀਤੇ ਆ, ਵਾਅਦਾ ਇੱਕ ਨਹੀਂ ਪੂਰਾ ਕੀਤਾ। ਹੁਣ ਜੋ ਮਰਜ਼ੀ ਬੁਲਾਈ ਜਾਣ ਉਹਦੇ ਵਿੱਚ ਕੀ ਨਿਕਲੂ, ਕੁਝ ਨਹੀਂ ਨਿਕਲਣਾ। ਇਸੇ ਤਰ੍ਹਾਂ ਹੀ ਕਿਸਾਨ ਆਗੂ ਜਰਨੈਲ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਪ੍ਰਦਰਸ਼ਨ ਕਰਨ ਲਈ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਵੀ ਨਹੀਂ ਮਿਲ ਰਹੀ। ਜਰਨੈਲ ਸਿੰਘ ਨੇ ਕਿਹਾ ਕਿ ਜੇਕਰ ਇਹ ਆਰਡੀਨੈਂਸ ਜਾਰੀ ਨਾ ਕੀਤੇ ਗਏ ਹੁੰਦੇ ਤਾਂ ਇਹ ਇਕੱਠ ਕਰਨ ਦੀ ਜ਼ਰੂਰਤ ਹੀ ਨਹੀਂ ਪੈਣੀ ਸੀ। ਮੁਕਤੀ ਮੀਨਾਰ ਦੇ ਪਾਰਕ ਦੇ ਵਿੱਚ ਖੜੇ ਹਾਂ। DC ਦਫ਼ਤਰ ਦੇ ਸਾਨੂੰ ਆਗਿਆ ਨਹੀਂ ਮਿਲੀ ਇਕੱਠ ਕਰਨ ਦੀ। ਪਹਿਲੀ ਗੱਲ ਤਾਂ ਇਹ ਜਿਹੜਾ ਇਕੱਠ ਹੈ, ਜੇ ਸਰਕਾਰ ਆਰਡੀਨੈਂਸ ਨਾ ਲੈਂਦੀ ਕਰੋਨਾ ਕਰਕੇ ਤੇ ਸਾਨੂੰ ਇਕੱਠੇ ਹੋਣ ਦੀ ਲੋੜ ਹੀ ਨਹੀਂ ਸੀ। ਇਹ ਸਰਕਾਰ ਦੀਆਂ ਸਾਰੀਆਂ ਚਾਲਾਂ ਹੈ, ਇਹ ਸਰਕਾਰ ਹੀ ਇਕੱਠ ਕਰਵਾ ਰਹੀ ਹੈ। ਬਾਕੀ ਦੂਸਰੇ ਪਾਸੇ ਦੀ ਆਰਡੀਨੈਂਸ ਦੀ ਗੱਲ, ਜੇ ਅੱਜ ਦੇਸ਼ 'ਚ ਆਰਡੀਨੈਂਸ ਜਾਰੀ ਹੁੰਦਾ ਤਾਂ ਦੇਸ਼ ਦੇ ਕਿਸਾਨ ਮਾਰੇ ਜਾਣਗੇ। ਕਿਸਾਨ ਤਾਂ ਅੱਗੇ ਖੁਦਕੁਸ਼ੀਆਂ ਕਰ ਰਹੇ ਹੈ ਤੇ ਸਰਕਾਰ ਆਪ ਸਾਡੇ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਸਤੇ ਤੇ ਆਪ ਲੈ ਕੇ ਜਾ ਰਹੀ ਹੈ। ਇੱਕ ਤੁਹਾਡਾ 15 ਤੋਂ 18 ਤਰੀਕ ਦੇ ਵਿੱਚ ਜਿਹੜਾ ਪਿੰਡਾਂ ਦੇ ਵਿੱਚ ਤੁਸੀਂ ਅਕਾਲੀ ਹੋਵੇ ਜਾਂ ਕਾਂਗਰਸੀ ਹੋਵੇ ਜਾਂ ਝਾੜੂ ਵਾਲੇ ਹੁਣ ਉਹਨਾਂ ਨੂੰ ਵੜਨ ਦੇ, ਉਹਦੇ ਕੀ ਪਲੈਨਿੰਗ ਹੈ ਤੁਹਾਡੀ ਤੇ ਉਹ ਕੀ ਤੁਸੀਂ ਉਹਦੇ 'ਚ ਜਿਹੜੀਆਂ ਸ਼ਰਤਾਂ ਰੱਖੋਗੇ? ਦੇਖੋ ਜੀ, ਸ਼ਰਤਾਂ ਸਾਡੀਆਂ ਇਹ ਹੈ ਵੀ ਇਹ ਲੋਕ ਇਲੈਕਸ਼ਨਾਂ ਮੌਕੇ ਆਉਂਦੇ ਆ। ਇਲੈਕਸ਼ਨਾਂ ਮੌਕੇ ਆ ਕੇ ਸਾਡੇ ਨਾਲ ਸਾਦੇ ਵਾਅਦੇ ਪੂਰੇ ਕਰਦੇ, ਐਂ ਕਰਾਂਗੇ ਜਿਉਂ ਕਰਾਂਗੇ। ਹੁਣ ਆਰਡੀਨੈਂਸ ਚੱਲ ਰਿਹਾ, ਇਹਦੇ ਬਾਰੇ ਕੋਈ ਬੋਲ ਨਹੀਂ ਗਾ। ਹੋਰ ਪੈਟਰੋਲ ਡੀਜ਼ਲ ਵੱਧ ਰਹੇ, ਉਹਦੇ ਬਾਰੇ ਕੋਈ ਬੋਲਦੇ ਨਹੀਂ। ਇਹ ਜਦੋਂ ਇਲੈਕਸ਼ਨ ਆਉਣਗੇ 2020 ਦੇ ਵਿੱਚ, ਇਹਨਾਂ ਲੋਕਾਂ ਨੂੰ ਜਦੋਂ ਪਿੰਡਾਂ ਜਾ ਕੇ ਵੜਨਗੇ, ਅਸੀਂ ਸਵਾਲ ਪੁੱਛਾਂਗੇ, ਸਾਡੇ ਸਵਾਲਾਂ ਦੇ ਜਵਾਬ ਦੇਣ ਵੀ ਜਦੋਂ ਐਡੀ ਵੱਡੀ ਕਿਸਾਨਾਂ ਤੇ ਵਿਪਤਾ ਪਈ ਸੀ ਤੁਸੀਂ ਪਿੰਡਾਂ ਦੇ ਵਿੱਚ ਕਿਉਂ ਨਹੀਂ ਆਏ। ਪਿੱਛੇ ਪਰਾਲੀ ਦਾ ਮੁੱਦਾ ਆਇਆ, ਸਾਡੀਆਂ ਜਥੇਬੰਦੀਆਂ ਮੂਹਰੇ ਹੋ ਕੇ ਕਿਸਾਨਾਂ ਨੂੰ ਅੱਗ ਲਵਾਈ, ਪੂਰਾ ਸਟੈਂਡ ਲਿਆ। ਕੋਈ ਸਿਆਸੀ ਬੰਦਾ ਗੁਰੂ ਘਰੇ ਖਾ ਕੇ ਸਹੁੰ ਖਾ ਕੇ ਕਹਿ ਦੇਵੇ ਇੱਕ ਵੀ ਸਿਆਸੀ ਬੰਦਾ ਪਰਾਲੀ ਦੇ ਮੁੱਦੇ ਤੇ ਆਇਆ। ਉਹ ਇਹ ਕਿਸਾਨਾਂ ਦੇ ਕਹਿੰਦੇ ਹੱਕ ਦੇ ਵਿੱਚ ਹੈ। ਸਾਰੀਆਂ ਸਰਕਾਰਾਂ, ਸਾਰੇ ਸਿਆਸੀ ਲੋਕ ਕਿਸਾਨਾਂ ਦੇ ਦੁਸ਼ਮਣ ਹੈ। ਇਹ ਸਰਬ ਇੱਕੋ ਜਿਹੜੀ ਤਾਣੀ ਇੱਕੋ ਰਲੀ ਵਿੱਚ ਹੈ, ਕਾਂਗਰਸ ਹੈ, ਅਕਾਲੀ ਹੈ, ਆਮ ਇੱਕੋ ਤਾਣੀ ਬਾਣੀ ਰਲੀ ਵੀ ਹੈ। ਇਹ ਸਾਰੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਹੈ। ਅਸੀਂ ਇਹਨਾਂ ਇਲੈਕਸ਼ਨ ਦੇ ਸਵਾਲ ਜ਼ਰੂਰ ਕਰਾਂਗੇ, ਪਿੰਡਾਂ ਘੇਰ ਕਰਕੇ ਪੁੱਛਾਂਗੇ, ਸਾਨੂੰ ਸਵਾਲਾਂ ਦੇ ਜਵਾਬ ਦਿਓ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਕਿਸਾਨ ਜਥੇਬੰਦੀ ਦੇ ਵੱਡੇ ਲੀਡਰ ਹੈ ਉਹ ਜਦੋਂ ਉਹਨਾਂ ਨੂੰ ਕੋਈ ਸਰਕਾਰ ਅਹੁਦਾ ਦੇ ਦਿੰਦੀ ਹੈ ਤਾਂ ਉਹਨਾਂ ਨਾਲ ਲੱਗ ਜਾਂਦੇ, ਮੁੜ ਕੇ ਛੋਟੇ ਜਿਹੜੇ ਜ਼ਿਮੀਂਦਾਰ ਆ ਉਹਨਾਂ ਨੂੰ ਜਿਹੜੀ ਕਿਸਾਨ ਯੂਨੀਅਨਾਂ ਪੁੱਛਦੀਆਂ ਨਹੀਂ। ਉਹਨਾਂ ਬਾਰੇ ਤੁਹਾਡਾ ਕੀ ਕਹਿਣਾ? ਸਾਡੀਆਂ ਜਥੇਬੰਦੀਆਂ ਵਿੱਚੋਂ ਸਾਡੀ ਜਥੇਬੰਦੀ, ਅਸੀਂ ਆਪ ਦੀ ਗੱਲ ਕਰਦੇ ਹਾਂ। ਦੂਜੀ ਜਥੇਬੰਦੀ ਸਾਨੂੰ ਵੈਸੇ ਪਤਾ ਹੈ। ਸਾਡੀ ਜਥੇਬੰਦੀ ਦਾ ਆਗੂ ਕਿਹੋ ਜਿਹਾ ਹੈ ਜਿਹੜਾ ਪੈਸੇ ਨੂੰ ਠੁੱਡ ਮਾਰਨ ਵਾਲਾ ਹੈ। ਸਰਕਾਰਾਂ ਜਿਹੜੀਆਂ ਗੱਲ ਕਰਦੀਆਂ ਉਹਨਾਂ ਚਾਲਾਂ ਦੇ ਵਿੱਚ ਸਾਡੇ ਆਉਣ ਵਾਲੇ ਆਗੂ ਹੈ ਨਹੀਂਗੇ, ਨਾ ਤੱਕ ਹੋਇਆ ਤੇ ਨਾ ਹੋਊਗਾ। ਇਸ ਦੇ ਨਾਲ ਹੀ ਕਿਸਾਨ ਆਗੂ ਸੁਖਦੇਵ ਸਿੰਘ ਨੇ ਕਿਹਾ ਕਿ ਇੱਕ ਪਾਸੇ ਕਿਸਾਨ ਕਰਜ਼ੇ ਨਾਲ ਮਰ ਰਿਹਾ ਤੇ ਦੂਜੇ ਪਾਸੇ ਸਰਕਾਰ ਵੱਲੋਂ ਅਜਿਹੇ ਆਰਡੀਨੈਂਸ ਲਿਆਂਦੇ ਜਾ ਰਹੇ ਹਨ। ਜੇਲ੍ਹ ਭਰੋ ਅੰਦੋਲਨ ਤੁਹਾਨੂੰ ਪਹਿਲਾਂ ਵੀ ਵਾਰ-ਵਾਰ ਸਾਰਿਆਂ ਨੂੰ ਇਹ ਮੀਡੀਆ ਰਾਹੀਂ ਆ ਗਿਆ ਵੀ ਅਸੀਂ ਜੇਲ੍ਹ ਭਰੋ ਅੰਦੋਲਨ ਕਰ ਰਹੇ ਹਾਂ ਔਰ ਜੇਲ੍ਹ ਭਰੋ ਅੰਦੋਲਨ ਨੂੰ ਪੂਰਾ ਲਾਵਾਂਗੇ ਸਿਰੇ, ਕਿਉਂਕਿ ਜਿੰਨੇ ਵੀ ਕਿਸਾਨ ਆਏ ਆ ਜੇਲ੍ਹ ਜਾਣ ਵਾਸਤੇ ਆਏ ਆ,
ਵੀ ਜੇਕਰ ਸਰਕਾਰ ਆਰਡੀਨੈਂਸ ਵਾਪਸ ਨਹੀਂ ਲੈਂਦੀ ਤਾਂ ਸਾਨੂੰ ਜੇਲ੍ਹਾਂ 'ਚ ਰੱਖ ਲੇ, ਚਾਹੇ ਸਾਨੂੰ ਸੜਕਾਂ 'ਤੇ ਵਾਹ ਕੇ ਗੋਲੀ ਮਾਰ ਦੇਵੇ। ਪਰ ਕਿਸਾਨ ਜੇਕਰ ਆਰਡੀਨੈਂਸ ਜਾਰੀ ਹੁੰਦਾ ਹੈ ਤਾਂ ਹਕੀਕਤ 'ਚ ਕਿਸਾਨ ਦੀ ਮੌਤ ਹੋਣੀ ਹੈ। ਤੇ ਅਸੀਂ ਚਾਹੁੰਦੇ ਫਿਰ ਜੇ ਮੌਤ ਹੋਣੀ ਤਾਂ ਸਾਡੀ ਸਿੱਧੀ ਸਰਕਾਰ ਦੇ ਹੱਥੋਂ ਹੋਵੇ, ਜਿਹੜੀ ਦੁਨੀਆ ਭਰ ਦੇ ਲੋਕ ਇਹ ਵੇਖਣ ਵੀ ਜਿਹੜੀ ਹਿੰਦੁਸਤਾਨ 'ਚ ਉਹ ਲੋਕਤੰਤਰ ਦੀ ਕੋਈ ਚੀਜ਼ ਨਹੀਂ, ਗੁੰਡਾ ਰਾਜ ਹੈ ਇੱਥੇ, ਵਪਾਰੀਆਂ ਦਾ ਜਿਹੜਾ ਹਿੰਦੁਸਤਾਨ ਦੇ ਉੱਤੇ ਕਬਜ਼ਾ ਹੋ ਰਿਹਾ। ਜਿਹੜੀ ਡੀਜ਼ਲ ਤੇ ਪੈਟਰੋਲ ਦੀ ਗੱਲ ਆ, ਪਹਿਲੀ ਗੱਲ ਤਾਂ ਹਿੰਦੁਸਤਾਨ ਦਾ ਕਿਸਾਨ ਆ ਜਿਹੜਾ ਵੱਡੇ ਪੱਧਰ ਤੇ ਡੀਜ਼ਲ ਬਾਲਦਾ। ਸਰਕਾਰ ਨੂੰ ਚਾਹੀਦਾ ਸੀ ਵੀ ਜਦੋਂ ਅਸੀਂ ਇਹਨਾਂ ਨੂੰ ਜਿਹੜੇ ਰੇਟ ਆ ਕਣਕਾਂ ਦੇ ਫਸਲਾਂ ਦੇ ਪੂਰੇ ਨਹੀਂ ਦੇ ਰਹੇ ਤਾਂ ਕਮ ਸੇ ਕਮ ਰਾਤ ਡੀਜ਼ਲ 'ਚ ਤਾਂ ਦਿੱਤੀ ਜਾਂਦੀ, ਇਹਨਾਂ ਨੂੰ ਸਬਸਿਡੀ ਤੇ ਡੀਜ਼ਲ ਦੇਣਾ ਸੀ। ਪਰ ਇਹ ਹਰ ਰੋਜ਼ ਕੀਮਤਾਂ ਵਧਾ ਰਹੇ ਆ। ਇਹਦੇ ਤੇ ਘੱਟੋ ਘੱਟ 55 ਤੋਂ ਲੈ ਕੇ 60% ਜਿਹੜੀ ਲੁੱਟ ਹੈ ਉਹ ਸੈਂਟਰ ਔਰ ਪੰਜਾਬ ਸਰਕਾਰ ਮਿਲ ਕੇ ਕਰ ਰਹੇ ਆ। ਲੋਕਾਂ ਦੀ ਜੇਬ 'ਚੋਂ 50 ਪੈਸੇ ਜਿਹੜੇ ਹੈਗੇ ਆ ਉਹ ਸਰਕਾਰ ਦੇ ਖਜ਼ਾਨੇ 'ਚ ਜਾਂਦੇ ਆ, ਪਰ ਉਹਦੇ ਤੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਹੂਲਤ ਕਿਸੇ ਨੂੰ ਕੋਈ ਨਹੀਂ ਮਿਲਦੀ। ਇਹ ਸਾਰੀ ਕੰਪਨੀਆਂ ਦੀ ਔਰ ਸਿਆਸੀ ਲੋਕਾਂ ਦੀ ਲੁੱਟ ਆ। ਡੀਜ਼ਲ ਤੇ ਇੰਨਾ ਮਹਿੰਗਾ ਲਾਉਣਾ, ਵੈਟ ਲਾਉਣਾ। ਪੈਟਰੋਲ ਤੇ ਡੀਜ਼ਲ ਆ, ਇਹਦਾ ਹਰ ਫਿਰਕੇ ਤੇ ਅਸਰ ਪੈਂਦਾ, ਜਿੱਥੇ ਕਿਸਾਨੀ ਤੇ ਸਭ ਨਾਲੋਂ ਵੱਧ ਪੈਂਦਾ, ਬਾਕੀ ਚੀਜ਼ਾਂ ਤੇ ਵੀ ਅਸਰ ਪੈਂਦਾ। ਪੈਟਰੋਲ ਔਰ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਇਹ ਗੱਲ ਜ਼ਰੂਰ ਸ਼ੋਰ ਕਰਦੀਆਂ ਵੀ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਉਹ ਹੁਣ ਲੋਟੂਆਂ ਦੀ ਹੋ ਗਈ, ਚਾਹੇ ਉਹ ਬਦਲ ਕੇ ਕਾਂਗਰਸ ਦੀ ਆ ਜੇ, ਚਾਹੇ ਉਹ ਬੀਜੇਪੀ ਦੀ ਆ। ਜਿਹੜੇ ਸਿਆਸੀ ਸਾਡੇ ਲੋਕ ਆ ਉਹ ਸਾਡੇ ਹਿੱਤ 'ਚ ਨਹੀਂ ਗੇ, ਉਹ ਲਟੇਰੇ ਆ, ਸਾਡੇ ਤੇ ਗੁੰਡਾਗਰਦੀ ਕਰ ਰਹੇ ਆ ਪੰਜਾਬ ਹਿੰਦੁਸਤਾਨ ਦੀ ਜਨਤਾ। ਇੰਨਾ ਹੀ ਨਹੀਂ, ਜੇਕਰ ਗੱਲ ਸੁਨਾਮ ਦੀ ਕਰੀਏ ਤਾਂ ਇਸ ਪ੍ਰਦਰਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਵੀ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਅਮਨ ਅਰੋੜਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਿਰਫ ਕਿਸਾਨੀ ਨੂੰ ਖਤਮ ਕਰਨ ਵਾਲੀਆਂ ਗੱਲਾਂ ਨੇ ਜਿਹੜੀਆਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਹੈਗਾ। ਆ ਬਿਜਲੀ ਦੇ ਆਰਡੀਨੈਂਸ ਮੈਂ ਕਿਹਾ ਉਹ 3-4 ਸਟੇਟਾਂ ਨੇ ਜਿਹੜੀਆਂ ਕਰਨਾਟਕਾ ਹੋ ਗਿਆ, ਉੜੀਸਾ ਹੋ ਗਿਆ, ਤਾਮਿਲਨਾਡੂ ਹੋ ਗਿਆ, ਉਹ ਸਾਰੀਆਂ ਇਹਦਾ ਵਿਰੋਧ ਕਰ ਚੁੱਕੀਆਂ ਤੇ ਤੁਸੀਂ ਘੱਟੋ ਘੱਟ ਵਿਰੋਧ ਕਰੋ। ਕੈਪਟਨ ਸਾਹਿਬ ਨੂੰ ਤਾਂ ਚਿੱਠੀਆਂ ਲਿਖ ਕੇ ਅਸੀਂ ਲੋਕਾਂ ਨੇ ਜਗਾਇਆ ਹੈ। ਸੋ ਇਸ ਕਰਕੇ ਇਹ ਬਹੁਤ ਵੱਡਾ ਘਾਣਾ ਜਿਹੜਾ ਉਹ ਸਮੁੱਚੇ ਪੰਜਾਬ ਦਾ, ਖਾਸ ਤੌਰ ਤੇ ਕਿਸਾਨੀ ਦਾ, ਕਿਉਂ ਕਿਸਾਨੀ ਦੇ ਉੱਪਰ 70% ਆਬਾਦੀ ਹੈ ਜਿਹੜੀ ਉਹ ਅੱਜ ਡਿਪੈਂਡੈਂਟ ਹੈ ਪੰਜਾਬ ਦੇ ਵਿੱਚ। ਸੋ ਇਹ ਘਾਣ ਕਰਨ ਜਾ ਰਹੇ ਨੇ। ਮੈਂ ਤੁਹਾਨੂੰ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ, ਕਿਉਂਕਿ ਅੱਜ ਦੇ ਨਹੀਂ, ਚਲੋ ਪਿਛਲੇ 2-3 ਮਹੀਨਿਆਂ ਦਾ ਜਦੋਂ ਦਾ ਇਹਨਾਂ ਦਾ ਚੋਰ ਪੂਰੀ ਖੇਡੀ ਕਿ ਕਰੋਨਾ ਦੇ ਵਿੱਚ ਲਿਆਓ, ਕਰੋਨਾ ਦੇ ਵਿੱਚ ਜਿੰਨੀ ਆਪਾਂ ਮੁਖਾਲਫਤ ਇਹਦੀ ਤੁਸੀਂ ਲੋਕਾਂ ਨੇ, ਕੋਈ ਟਰੈਕਟਰ ਰੈਲੀਆਂ ਕੱਢ ਰਿਹਾ, ਕੋਈ ਧਰਨੇ ਮੁਜ਼ਾਹਰੇ ਕਰ ਰਿਹਾ ਹੈ, ਅਸੀਂ ਲੋਕਾਂ ਨੇ ਵੀ ਆਮ ਆਦਮੀ ਪਾਰਟੀ ਵੱਲੋਂ ਚਾਹੇ ਪ੍ਰਧਾਨ ਮੰਤਰੀ ਨੂੰ ਵੀ ਮਾਨ ਸਾਹਿਬ ਚਿੱਠੀ ਲਿਖ ਚੁੱਕੇ, ਮੁੱਖ ਮੰਤਰੀ ਨੂੰ ਲਿਖ ਚੁੱਕੇ, ਅਸੀਂ ਆ ਪ੍ਰਾਈਵੇਟ ਮੈਂਬਰ ਬਿੱਲ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਉਹ ਵੀ ਪਾਰਟੀ ਵੱਲੋਂ ਤਿਆਰ ਹੈ। ਜਿਸ ਦਿਨ ਸੈਸ਼ਨ ਆਉਂਦਾ ਉਹਦੇ 'ਚ ਇਹ ਰੱਖਿਆ ਜਾਊਗਾ। ਗਵਰਨਰ ਤੱਕ ਅਸੀਂ ਮਿਲੇ, ਡੀਸੀਆਂ ਤੱਕ ਮੈਮੋਰੈਂਡਮ ਅਸੀਂ ਦੇ ਤੇ ਹਰੇਕ ਪੱਖੋਂ ਮੈਂ ਤੁਹਾਨੂੰ ਅੱਜ ਇੱਕ ਬੜੇ ਦਾਅਵੇ ਨਾਲ ਤੁਹਾਨੂੰ ਮੈਂ ਵਾਅਦਾ ਕਰਦਾ ਕਿ ਆਮ ਆਦਮੀ ਪਾਰਟੀ ਦਿਨ ਹੋਵੇ, ਰਾਤ ਹੋਵੇ, ਔਖ ਹੋਵੇ, ਸਾਗ ਹੋਵੇ, ਮੀਂਹ ਹੋਵੇ, ਝੱਖੜ ਹੋਵੇ, ਉਹ ਕਿਸਾਨਾਂ ਦੇ ਨਾਲ ਹੈ। ਕਿਸਾਨਾਂ ਦਾ ਕਿਸੇ ਤਰੀਕੇ ਦਾ ਨੁਕਸਾਨ ਹੈ ਜਿਹੜਾ ਉਹ ਅਸੀਂ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਹੈਗਾ। ਅਸੀਂ ਇਸ ਦੇ ਪੱਖੋਂ ਤੁਹਾਡੇ ਨਾਲ 100% ਤੁਹਾਡੇ ਨਾਲ ਖੜੇ ਹਾਂ। ਔਰ ਦਿੱਲੀ ਦੇ ਵਿੱਚ ਤਾਂ ਤੁਸੀਂ ਦੇਖੋ, ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਆਪਦੇ ਕੋਲੋਂ 950 ਰੁਪਇਆ ਦੇ ਕੇ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਜਿਹੜਾ ਕਾਸਟ ਜਿਹੜੇ ਡੇਟਾ ਰੇਟ ਦੇਣ ਦੀ ਇਹਨਾਂ ਨੇ ਗੱਲ ਕੀਤੀ ਸੀਗੀ, ਆਪਦੇ ਕੋਲੋਂ 850-900 ਰੁਪਇਆ ਬੋਨਸ ਦੇ ਕੇ ਕਿਸਾਨਾਂ ਦੀ ਬਾਹ ਫੜੀ ਹੈ। ਉੱਥੇ ਜੇ ਕਿਤੇ ਫਸਲ ਦਾ ਉਜਾੜਾ ਹੋ ਜੇ ਤਾਂ ਪਰ ਕਿੱਲੇ ਜਿਹੜਾ ਉਹ 20,000 ਰੁਪਏ ਕੰਪਨਸੇਸ਼ਨ ਹੈ ਜਿਹੜਾ ਉਹ ਮਿਲਦਾ ਹੈ। ਤੇ ਇੱਥੇ ਕਦੇ ਜਿਪਸਮ ਘਟਾਲਾ ਹੋ ਰਿਹਾ ਹੈ, ਕਦੇ ਚਿੱਟੀ ਮੱਖੀ ਦਾ ਘਟਾਲਾ ਹੋ ਰਿਹਾ ਹੈ, ਕਦੇ ਬੀਜ ਘਟਾਲਾ ਹੋ ਰਿਹਾ, ਤੇ ਪਤਾ ਨਹੀਂ ਅੰਨੇ ਨੂੰ ਗੋਲਾ ਘੜੀ ਸੀ ਫਿਰਦਾ। ਸੋ ਇਸ ਕਰਕੇ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਕਿ ਜਿੱਥੇ ਹੋਰ ਤਾਂ ਹੋਰ, ਇਹ ਤਾਂ ਤੁਸੀਂ ਪਾਪਾ ਵੱਡੀਆਂ ਭੁਪਿੰਦਰ ਜੀ, ਇਹ ਤਾਂ ਆਪਾਂ ਵੱਡੀਆਂ ਗੱਲਾਂ ਨੇ ਜਿਹੜੀਆਂ ਖੇਤੀ ਵਾਲੀਆਂ, ਖੇਤੀ ਆਰਡੀਨੈਂਸ ਵਾਲੀਆਂ ਤੇ ਬਿਜਲੀ ਵਾਲੀਆਂ, ਇਹਨਾਂ ਤੋਂ ਤਾਂ ਤੁਸੀਂ ਕਿਹਾ ਵੀ ਅਸੀਂ ਜੇ ਤੁਸੀਂ ਨਹੀਂ ਸਾਡੇ ਨਾਲ ਖੜੋਗੇ ਅਸੀਂ ਤੁਹਾਡਾ ਵੀ ਮੁਖਾਲਫਤ ਕਰਾਂਗੇ, ਤੁਹਾਡੇ ਵਿਰੋਧ ਕਰਾਂਗੇ। ਮੈਂ ਕਹਿੰਦਾ ਇਹਨਾਂ ਤੋਂ ਤਾਂ ਜਿਹੜੇ ਅੱਜ ਤੱਕ ਕਿਸਾਨਾਂ ਦੇ ਤਹਿਕੀਕ ਹੁੰਦੇ ਨੇ, ਇਹਨਾਂ ਤੋਂ ਵਾਲਾ ਇਕੱਠਿਆਂ ਦਾ ਮਸਲਾ ਨਹੀਂ ਚੱਕਿਆ ਗਿਆ ਕਿਉਂਕਿ ਦਮ ਨਹੀਂ ਹੈਗਾ ਲੱਤਾਂ ਦੇ ਵਿੱਚ, ਠੀਕ ਹੈ ਨਾ। ਸੋ ਇਸ ਕਰਕੇ ਉਹ ਪਹਿਲਾਂ ਵੀ ਚੱਕਿਆ ਕਿਉਂਕਿ ਅੱਜ ਹਰ ਸਾਲ ਜਿੱਥੇ ਇੰਨੀਆਂ ਮੌਤਾਂ ਹੁੰਦੀਆਂ ਨੇ ਅਵਾਰਾ ਪਸ਼ੂਆਂ ਦੀ ਵਜ੍ਹਾ ਕਰਕੇ, ਕਿਸਾਨਾਂ ਦਾ, ਜ਼ਿਮੀਂਦਾਰਾਂ ਦਾ 200 ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਹਰ ਸਾਲ ਅਵਾਰਾ ਪਸ਼ੂਆਂ ਦੀ ਵਜ੍ਹਾ ਕਰਕੇ ਹੋ ਜਾਂਦਾ। ਠੰਡ ਦੇ ਦਿਨਾਂ ਦੇ ਵਿੱਚ ਤੁਸੀਂ ਲੋਕ ਖੇਤਾਂ ਦੇ ਵਿੱਚ ਬੈਠੇ ਰਹਿੰਦੇ ਹੋ ਸਾਰੀ ਰਾਤ। ਇਸ ਕੱਲੀ ਗੱਲ ਦਾ ਸਾਨੂੰ ਇਲਮ ਹੈਗਾ, ਪਤਾ ਹੈ, ਤੇ ਉਹ ਦਰਦ ਹੈ ਜਿਹੜਾ ਤੁਹਾਡਾ ਉਹ ਸਮਝਦੇ ਆ। ਤੇ ਆਮ ਆਦਮੀ ਪਾਰਟੀ ਦੀ ਕਮਿਟਮੈਂਟ ਹੈ ਕਿ ਕਿਸਾਨਾਂ ਦੇ ਨਾਲ ਹਿੱਕ ਠੋਕ ਕੇ ਪਹਿਲਾਂ ਵੀ ਖੜੇ ਸੀ, ਅੱਜ ਵੀ ਖੜੇ ਆ ਤੇ ਕੱਲ ਨੂੰ ਕੀ ਸਾਰੀ ਉਮਰ ਖੜਾਂਗੇ। ਕਿਉਂਕਿ ਜੇ
ਜੇ ਸਮਾਜ ਬਚਦਾ, ਜੇ ਪੰਜਾਬ ਬਚਦਾ ਤਾਂ ਮੁਲਕ ਬਚਦਾ, ਤਾਂ ਸਿਰਫ ਇੱਕੋ ਗੱਲ ਦੇ ਵਿੱਚ ਬਚਦਾ ਕਿ ਕਿਸਾਨ ਦੀ ਮਰਨਾ ਇੰਨਾ ਹੀ ਨਹੀਂ, ਬਰਨਾਲਾ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਥੇਰ ਦੀ ਅਗਵਾਈ 'ਚ ਕਿਸਾਨ ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤਾ। ਇਸ ਮੌਕੇ ਬੋਲਦਿਆਂ ਮੀਥੇਰ ਨੇ ਕਿਹਾ ਕਿ ਇਸ ਆਰਡੀਨੈਂਸ ਦੇ ਪਾਸ ਹੋ ਜਾਣ ਨਾਲ ਜਿਹੜਾ ਕਿਸਾਨੀ ਦਾ ਕਾਣ ਹੋਵੇਗਾ ਉਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਲਗਾਤਾਰ ਜਿੱਦਣ ਦਾ ਇਹ ਸੈਂਟਰ ਸਰਕਾਰ ਕਰੋਨਾ ਮਹਾਮਾਰੀ ਦੀ ਆੜ ਹੇਠ, ਕਿਉਂਕਿ ਜਿਹੜਾ ਇਹ ਬੜਾ ਸੰਵੇਦਨਸ਼ੀਲ ਮੁੱਦਾ ਸੀ, ਕਿਸਾਨਾਂ ਦਾ ਮੁੱਦਾ ਸੀ, ਜੇ ਕੋਈ ਵੀ ਮੁੱਦਾ ਇਹਨਾਂ ਨੇ ਪਾਸ ਕਰਨਾ ਸੀ ਤਾਂ ਉਹਦੀ ਲੋਕ ਸਭਾ ਦੇ ਵਿੱਚ ਬਹਿਸ ਕਰਦੇ, ਪਤਾ ਲੱਗਦਾ ਵੀ ਕਿਹੜੀ ਪਾਰਟੀ ਇਹਦੇ ਤੇ ਕੀ ਪੱਕ ਰੱਖ ਰਹੀ ਹੈ। ਜਿਹੜੇ ਲੋਕਾਂ ਦੇ ਚੁਣੇ ਹੋਏ ਐਮਪੀ ਨੇ, ਕਿਹੜਾ ਐਮਪੀ ਜਿਹੜੇ ਪੰਜਾਬ ਚੋਂ ਗਏ ਨੇ, ਹਰਿਆਣੇ ਚੋਂ ਗਏ ਨੇ, ਜਿੱਥੇ 2 ਸਟੇਟਾਂ 'ਚ ਐਮਐਸਪੀ ਹੈ, ਉਹਦੇ ਤੇ ਕੀ ਪੱਕ ਰੱਖਦੇ ਆ। ਜਿਵੇਂ ਕੋਈ ਬਹੁਤ ਜ਼ਰੂਰੀ ਹੁੰਦਾ, ਜਿਹੜੇ ਫੈਸਲੇ ਐਮਰਜੈਂਸੀ ਦੇ ਵਿੱਚ ਲਏ ਜਾਂਦੇ ਆ, ਉਸ ਤਰ੍ਹਾਂ ਆਰਡੀਨੈਂਸ ਲਿਆ ਕੇ ਕਰੋਨਾ ਮਹਾਮਾਰੀ ਦੀ ਆੜ ਹੇਠ ਇਹਨਾਂ ਨੇ ਫੈਸਲਾ ਲਿਆ ਗਿਆ। ਐਡੀ ਕਿਹੜੀ ਐਮਰਜੈਂਸੀ ਸੀ? 2 ਮਹੀਨੇ ਠਹਿਰ ਕੇ ਨਹੀਂ ਸੀ ਲਿਆ ਜਾਂਦਾ। ਪਤਾ ਤਾਂ ਲੱਗਦਾ ਵੀ ਕਿਹੜੇ ਲੋਕ ਇਹਦੇ ਪੱਖ 'ਚ, ਕਿਹੜੇ ਲੋਕ ਇਹਦੇ ਵਿਰੋਧ 'ਚ ਹੈ। ਪਤਾ ਹੁਣ ਵੀ ਆ ਸਾਰਿਆਂ ਨੂੰ। ਅਸੀਂ ਇਹ ਨਹੀਂ ਵੀ ਅਸੀਂ ਬੋਲੇ ਨਹੀਂ, ਅਸੀਂ ਲਗਾਤਾਰ ਬੋਲ ਰਹੇ ਹਾਂ। ਤੇ ਆਮ ਆਦਮੀ ਪਾਰਟੀ ਨੇ ਆਹ ਪੁਲਿਸ ਵਾਲੇ ਭਰਾ ਸਾਡੇ ਮੁਲਾਜ਼ਮ ਖੜਿਆ ਕੋਲੇ ਸੀ, ਆ ਕਚਹਿਰੀ ਚੌਂਕ 'ਚ ਸੀ, ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ, ਅਕਾਲੀ ਦਲ ਦਾ ਪੁਤਲਾ ਫੂਕਿਆ। ਉਹ ਪਾਰਟੀ ਜਿਹੜੀ ਵੱਧ ਅਧਿਕਾਰਾਂ ਦੀ ਲੜਾਈ ਲੜਦੀ ਰਹੀ, ਜਿਹੜੀ ਕਿਸਾਨਾਂ ਦੀ ਲੜਾਈ ਲੜਦੀ ਰਹੀ, ਅੱਜ ਇੱਕ ਕੁਰਸੀ ਦੀ ਖਾਤਰ, ਕਿਉਂਕਿ ਜਿਹੜਾ ਇਹ ਡਿਸੀਜਨ ਹੈ ਇਕੱਲੇ ਮੋਦੀ ਨੇ ਨਹੀਂ ਲੈ ਲਿਆ, ਜਿਹੜੀ ਕੈਬਨਿਟ ਹੈ, ਜਿਹੜੇ ਮੰਤਰੀਆਂ ਦਾ ਸਾਰਾ ਦਾ ਇਕੱਠਾ ਡਿਸੀਜਨ ਹੈ, ਉਹਦੇ ਤੇ ਸਾਈਨ ਹੁੰਦੇ ਆ। ਜੇ ਅੱਜ ਅਸੀਂ ਸੜਕਾਂ ਤੇ ਆ, ਜੇ ਅੱਜ ਪੰਜਾਬ ਦੇ ਕਿਸਾਨ ਰੋਲ ਰਹੇ ਆ, ਧੁੱਪਾਂ ਦੇ ਵਿੱਚ ਸੰਘਰਸ਼ ਕਰ ਰਹੇ ਆ, ਤਾਂ ਇਹਦੇ ਵਿੱਚ ਜਿਹੜੇ ਸਾਈਨ ਹੋਇਆ ਉਹ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੀ ਹੋਇਆ। ਇਹ ਪੁੱਛਣਾ ਬਣਦਾ ਉਹਨਾਂ ਨੂੰ। ਅਸੀਂ ਜਿੱਥੇ ਕਹੋਗੇ ਛੋਟਾ ਖੜਨ ਨੂੰ ਤਿਆਰ ਆ, ਕਿਉਂਕਿ ਜੇ ਲਾਗੂ ਹੋ ਗਿਆ ਪੰਜਾਬ ਨਹੀਂ ਬਚਣਾ। ਕੀ ਨਹੀਂ ਕੀਤਾ ਪੰਜਾਬ ਨੇ ਹਿੰਦੁਸਤਾਨ ਦੇ ਲਈ? ਜਦੋਂ ਹਿੰਦੁਸਤਾਨ 'ਚ ਇੱਥੇ ਭੁੱਖਮਰੀ ਫੈਲਦੀ ਸੀ, ਜਦੋਂ ਅਸੀਂ ਬਾਹਰਲੇ ਦੇਸ਼ਾਂ ਦੇ ਅੱਗੇ ਹੱਥ ਅੜਦੇ ਸੀ ਕਿ ਸਾਡੇ ਲੋਕ ਇੱਥੇ ਭੁੱਖੇ ਮਰਦੇ ਆ, ਉਦੋਂ ਹਰੀ ਕ੍ਰਾਂਤੀ ਲੈ ਕੇ ਅਸੀਂ ਹਿੰਦੁਸਤਾਨ ਦਾ ਸਰਦਾ ਢਿੱਡ ਭਰਦੇ ਰਹੇ। ਜਦੋਂ ਅੱਜ ਪੰਜਾਬ ਨੂੰ ਚੂਸ ਲਿਆ, ਇੱਥੇ ਸਾਡੇ ਜ਼ਹਿਰਾਂ ਫਲਾਤੀਆਂ, ਜਿਹੜੇ ਕਿਸਾਨ ਪੰਜਾਬ ਦਾ ਢਿੱਡ ਭਰਦੇ ਰਹੇ, ਅੱਜ ਉਹਨਾਂ ਦੀਆਂ ਹੀ ਗਲਾਂ ਦੇ ਵਿੱਚ ਫਾਹੇ ਪਾਉਣ ਦਾ ਕੰਮ ਹੈ ਜਿਹੜੀ ਸੈਂਟਰ ਸਰਕਾਰ ਕਰਦੀ ਜਾ ਰਹੀ ਹੈ। ਇਹ ਜੇ ਲਾਗੂ ਹੋ ਗਿਆ, ਕਿਉਂਕਿ ਨਾ ਮੈਂ ਕੱਲਾ ਇੱਥੇ ਨਹੀਂ, ਮੈਂ ਜੇ ਕਿਸੇ ਪਿੰਡ 'ਚ ਗੁਰੂ ਘਰ ਵੀ ਮੱਥਾ ਟੇਕਣ ਜਾਣਾ ਨਾ, ਤਾਂ ਮੈਂ ਉੱਥੇ ਸੱਥ 'ਚ ਰੁਕ ਕੇ ਵੀ ਕੋਈ ਕਿਸਾਨ ਭਰਾ ਉੱਥੇ ਬੈਠੇ ਹੁੰਦੇ ਆ, ਉੱਥੇ ਉਹਨਾਂ ਨੂੰ ਵੀ ਸਮਝਾਉਣਾ ਕਿ ਕਿਸਾਨੋਂ ਇਹਨੂੰ ਸਮਝੋ, ਇਕੱਠੇ ਹੋ ਜਾਓ, ਜੇ ਲਾਗੂ ਹੋ ਗਿਆ ਅਸੀਂ ਤਬਾਹ ਹੋ ਜਾਾਂਗੇ। ਇਸੇ ਤਰ੍ਹਾਂ ਹੀ ਸਰਬਜੀਤ ਕੌਰ ਮਾਣੂਕੇ ਨੇ ਵੀ ਕਿਸਾਨਾਂ ਦੇ ਨਾਲ ਮਿਲ ਕੇ ਪ੍ਰਦਰਸ਼ਨ ਕੀਤਾ। ਮਾਣੂਕੇ ਨੇ ਕਿਹਾ ਕਿ ਉਹ ਇਹ ਮਸਲਾ ਵਿਧਾਨ ਸਭਾ 'ਚ ਵੀ ਚੁੱਕਣਗੇ। ਇਸੇ ਤਰ੍ਹਾਂ ਹੀ ਕੁਲਤਾਰ ਸਿੰਘ ਸੰਧਵਾ ਨੇ ਵੀ ਇਸ ਤੇ ਰੋਸ ਦਾ ਪ੍ਰਗਟਾਵਾ ਕੀਤਾ। ਸੰਧਵਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕਿਸਾਨ ਵਿਰੋਧੀ ਆਰਡੀਨੈਂਸਾਂ ਅਤੇ ਬਾਦਲ ਪਰਿਵਾਰ ਵੱਲੋਂ ਕੁਰਸੀ ਖਾਤਰ ਪੰਜਾਬ ਦੇ ਹਿੱਤਾਂ ਨਾਲ ਵਿਸ਼ਵਾਸਘਾਤ ਕੀਤਾ ਜਾ ਰਿਹਾ ਹੈ। ਤਾਂ ਤੁਸੀਂ ਦੇਖਿਆ ਕਿ ਵੱਡੇ ਪੱਧਰ ਤੇ ਪੰਜਾਬ ਅੰਦਰ ਆਰਡੀਨੈਂਸਾਂ ਦਾ ਵਿਰੋਧ ਹੋ ਰਿਹਾ ਹੈ। ਇੰਨਾ ਹੀ ਨਹੀਂ, ਸੱਤਾਧਾਰੀ ਕਾਂਗਰਸ ਪਾਰਟੀ ਵੀ ਇਸ ਦਾ ਵਿਰੋਧ ਕਰ ਰਹੀ ਹੈ। ਲੋਕ ਇਨਸਾਫ ਪਾਰਟੀ ਵੱਲੋਂ ਇਸ ਮਸਲੇ ਤੇ ਸਾਈਕਲ ਜ਼ਰੀਏ ਰੋਸ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ। ਪਰ ਜੇਕਰ ਗੱਲ ਅਕਾਲੀ ਦਲ ਦੀ ਕਰੀਏ ਤਾਂ ਉਹ ਆਪਣੀ ਭਾਈਵਾਲ ਪਾਰਟੀ ਦਾ ਸਾਥ ਦਿੰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਵੀ ਕਹਿ ਰਹੀ ਹੈ ਕਿ ਉਹ ਕਿਸਾਨਾਂ ਦੇ ਨਾਲ ਹੈ ਅਤੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਤੇ ਦੋਸ਼ ਲਾ ਰਹੀ ਹੈ। ਨਿਊਜ਼ ਡੈਸਕ ਤੋਂ ਰਜਿੰਦਰ ਸਿੰਘ ਦੀ ਖਾਸ ਰਿਪੋਰਟ।